everyone, how are you? This week we will be covering about the topic education. Like previous episodes, we have covered about the health, legal and community. If you haven't catch up with the last week episode, click on the link in the description below to watch it. Also like the video, subscribe to our channel and click on the bell icon to be notified every time when we upload the video. In previous series I mentioned that this is a complete series of 12 topics where we will be discussing the main major topics which NATI has given as a syllabus. So we are right now on 4th topic, which is education, and I will be discussing the vocabulary which you can use. Along with it, we will be discussing about what kind of scenarios or subheadings can come in exam, and then last but not the least, we will also be practicing one dialogue as well. So let's proceed with it. So the topic is education. Education ਦਾ ਮਤਲਬ ਹੁੰਦਾ ਹੈ ਸਿੱਖਿਆ। ਉਸ ਤੋਂ ਬਾਅਦ ਦੇ ਵਿੱਚ ਹੁਣ ਐਜੂਕੇਸ਼ਨ ਦੇ ਵਿੱਚ ਕਿੱਦਾਂ ਦੇ ਟੌਪਿਕਸ ਆ ਸਕਦੇ ਨੇ ਤੁਹਾਨੂੰ। ਇਹਦੇ ਵਿੱਚ ਤੁਹਾਨੂੰ ਆ ਸਕਦਾ ਸਭ ਤੋਂ ਪਹਿਲੇ ਨੰਬਰ ਤੇ ਸਟੂਡੈਂਟ ਵੀਜ਼ਾ ਦੇ ਨਾਲ ਰਿਲੇਟਡ ਜਾਂ ਸਟੂਡੈਂਟ ਵੀਜ਼ਾ ਰਿਫਿਊਜ਼ਲ ਦੇ ਨਾਲ ਰਿਲੇਟਡ ਤੁਹਾਨੂੰ ਡਾਇਲੌਗ ਆ ਸਕਦਾ ਹੈ। ਕੋਰਸ ਦੇ ਵਿੱਚ ਕੋਈ ਵੀ ਐਡਮਿਸ਼ਨ ਲੈਣ ਜਾਣੀ ਹੈ ਕਿ ਕੋਈ ਮਦਰ ਗਈ ਹੈ ਆਪਣੇ ਡਾਟਰ ਦੇ ਬਾਰੇ ਐਡਮਿਸ਼ਨ ਦੇ ਬਾਰੇ ਪੁੱਛਣ ਵਾਸਤੇ, ਐਂਡ ਇਟਸ ਅ ਰੀਅਲ ਐਗਜ਼ਾਮ ਸਿਨੈਰੀਓ। ਦੈਨ ਥਰਡ ਆ ਸਕਦਾ ਤੁਹਾਨੂੰ ਲਿਵਿੰਗ, ਅਗਰ ਤੁਸੀਂ ਮੇਰੀ ਪ੍ਰੀਵੀਅਸ ਐਪੀਸੋਡਸ ਦੇਖੋਗੇ ਤਾਂ ਉਹਦੇ ਵਿੱਚ ਮੈਂ ਇੱਕ ਲਿਵਿੰਗ ਅਰੇਂਜਮੈਂਟ ਦਾ ਟੌਪਿਕ ਬੋਲਿਆ ਸੀਗਾ, ਬਟ ਲਿਵਿੰਗ ਅਰੇਂਜਮੈਂਟ ਔਨ ਕੈਂਪਸ ਅਗਰ ਆ ਜਾਂਦਾ ਹੈ ਤੇ ਉਹ ਐਜੂਕੇਸ਼ਨ ਨਾਲ ਰਿਲੇਟਡ ਹੋ ਜਾਏਗਾ। ਸੋ ਉੱਥੇ ਜਿਹੜੀ ਵੋਕੈਬਲਰੀ ਵਰਤੋਗੇ ਤੁਸੀਂ ਉਹ ਸਾਰੀ ਦੀ ਸਾਰੀ ਐਜੂਕੇਸ਼ਨ ਨਾਲ ਰਿਲੇਟਡ ਹੋਏਗੀ। ਐਂਡ ਫੋਰਥ, ਅਗਰ ਕੋਈ ਵੀ ਪਰਟੀਕੂਲਰ ਕਲਾਸਿਸ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਨਾਲ ਰਿਗਾਰਡਿੰਗ, ਜਿੱਦਾਂ ਕਿ ਆਪਾਂ ਨੂੰ ਮੈਂ ਅਗਰ ਤੁਸੀਂ ਮੇਰਾ ਫੇਸਬੁੱਕ ਲਾਈਵ ਦੇਖਿਆ ਹੋਵੇ, ਅਗਰ ਤੁਸੀਂ ਐਗਜ਼ਾਮ ਮੈਮਰੀਜ਼ 'ਚ ਜਾਓਗੇ ਤੁਹਾਨੂੰ ਉੱਥੇ ਡਾਇਲੌਗ ਮਿਲ ਜਾਏਗਾ ਔਨ CCL ਟਿਊਟੋਰੀਅਲਸ ਚੈਨਲ ਔਨ YouTube। ਤੁਸੀਂ ਉੱਥੇ ਦੇਖੋਗੇ, ਉੱਥੇ ਇੱਕ ਡਾਇਲੌਗ ਹੈਗਾ ਐਗਜ਼ਾਮ ਮੈਮਰੀਜ਼ ਦੇ ਵਿੱਚ ਡਾਂਸ ਕਲਾਸਿਸ। ਠੀਕ ਹੈ ਜੀ, ਡਾਂਸ ਕਲਾਸਿਸ ਇਹ ਜਿਹੜਾ ਟੌਪਿਕ ਹੈ ਇਹ ਐਜੂਕੇਸ਼ਨ ਦੇ ਅੰਡਰ ਆਉਂਦਾ। ਨਾਓ ਯੂ ਵਿਲ ਬੀ ਥਿੰਕਿੰਗ ਕਿ ਡਾਂਸ ਕਲਾਸਿਸ ਕਿੱਦਾਂ ਐਜੂਕੇਸ਼ਨ ਦੇ ਅੰਡਰ ਆ ਸਕਦੀ ਹੈ, ਕਿਉਂਕਿ ਇਟਸ ਐਕਸਟਰਾ ਕਰਿਕੂਲਰ ਐਕਟੀਵਿਟੀ। ਠੀਕ ਹੈ ਜੀ, ਅਲੋਂਗ ਵਿਦ ਇਟ ਅਗਰ ਤੁਹਾਨੂੰ ਡਾਇਲੌਗ ਪ੍ਰੈਕਟਿਸ ਵਾਸਤੇ ਚਾਹੀਦੀ ਹੈ, ਡੈਫੀਨੇਟਲੀ ਸ਼ੋਰ ਡਾਊਨਲੋਡ ਆਰ CCL ਟਿਊਟੋਰੀਅਲ ਐਪ which have 7 tests, 14 total dialogues. Along with it, on YouTube series I will be posting all these dialogues as a subheadings as well in further near future as well. So subscribe it, don't forget it. Now let's proceed to the next part, which is journal vocabulary. Like if you have reference to my previous videos, this is the pattern which I follow. Firstly, what is the topic, then what kind of topics which can come, कि main heading हो गया major topic ਕੀ ਆ, ਉਸ ਤੋਂ ਬਾਅਦ sub headings ਕਿ ਉਹਦੇ ਵਿੱਚ ਕਿੱਦਾਂ ਦੇ topics ਆ ਸਕਦੇ ਨੇ। ਹੁਣ ਨਾ ਆਪਾਂ ਗੱਲ ਕਰਦੇ ਹਾਂ ਕਿ ਇੱਦਾਂ ਦੇ ਸ਼ਬਦ ਜਿਹੜੇ ਇੱਦਾਂ ਦੇ words ਜਿਹੜੇ ਆ ਜਿਹੜੇ ਤੁਸੀਂ commonly use ਕਰ ਸਕਦੇ ਹੋ, ਜਿਹੜੇ must ਨੇ ਕਿ ਅਗਰ ਤੁਸੀਂ ਅਜੇ ਸੋਚ ਰਹੇ ਹੋ ਕਿ ਮੈਂ ਨਾਟੀ ਦਾ ਬੁੱਕ ਕਰਵਾਵਾਂ ਜਾਂ ਨਾ ਕਰਵਾਵਾਂ, ਔਰ ਮੈਂ PT ਦੀ ਪੜ੍ਹਾਈ ਕਰ ਰਹੀ ਹਾਂ ਅਜੇ ਜਾਂ ਕਰ ਰਿਹਾ ਵਾਂ ਅਜੇ, ਤੇ ਮੈਂ ਇਹਦਾ ਪੜ੍ਹਨਾ ਸ਼ੁਰੂ ਕਰਾਂ ਜਾਂ ਨਾ ਕਰਾਂ। ਸੋ ਦਿਸ ਇਜ਼ ਦੀ ਪਾਰਟ ਵੇਅਰ ਯੂ ਸ਼ੁੱਡ ਸਟਾਰਟ ਪ੍ਰੀਪੇਅਰਿੰਗ। ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਵੇਅਰ ਟੂ ਬਿਗਿਨ ਪ੍ਰੀਪਰੇਸ਼ਨ ਫॉर योर NATI ਐਗਜ਼ਾਮ। ਉੱਥੇ ਮੈਂ ਬਹੁਤ ਕਲੀਅਰਲੀ ਤੁਹਾਨੂੰ ਸਟੈਪ ਬਾਏ ਸਟੈਪ ਸਾਰੇ ਪ੍ਰੋਸੀਜਰ ਐਕਸਪਲੇਨ ਕੀਤੇ ਨੇ। ਨਾਓ ਜਰਨਲ ਵੋਕੈਬਲਰੀ ਦੇ ਵਿੱਚ ਮੈਂ ਕੁਝ ਵਰਡਸ ਦੱਸਦੀ ਹਾਂ ਤੁਹਾਨੂੰ। ਪਲੀਜ਼ ਇਨ ਦੀ ਕਮੈਂਟ ਸੈਕਸ਼ਨ ਗਿਵ ਮੀ ਦੀ ਕੁਐਸਚਨਸ ਇਫ ਯੂ ਹੈਵ ਐਨੀ ਔਰ ਐਨੀ ਰਿਕਮੈਂਡੇਸ਼ਨ ਕਿ ਤੁਸੀਂ ਕਿਸ ਤਰ੍ਹਾਂ ਦੇ ਵਰਡਸ ਹੋਰ ਪੁੱਛਣਾ ਚਾਹੁੰਦੇ ਹੋ। ਸੋ ਫॉर ਵੋਕੈਬਲਰੀ ਪਾਰਟ as well we have a telegram group, ਤੁਹਾਨੂੰ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਪਲੀਜ਼ ਜੁਆਇਨ ਇਟ ਵੇਅਰ every day I post new words and it's a quiz, ਤੇ ਮੈਂ ਪਰਸਨਲੀ ਉਹਨਾਂ ਨੂੰ ਮੋਨੀਟਰ ਕਰਦੀ ਹਾਂ। for Hindi as well we have our trainer Vivek, he personally check the answers over there. now ਦੀ ਸਭ ਤੋਂ ਪਹਿਲਾ ਵਰਡ ਜਿਹੜਾ ਜਰਨਲ ਵੋਕੈਬ ਦੇ ਵਿੱਚ ਆਉਂਦਾ ਸਟੂਡੈਂਟ ਵੀਜ਼ਾ। ਠੀਕ ਹੈ ਜੀ, ਸਟੂਡੈਂਟ ਦਾ ਮਤਲਬ ਕੀ ਹੁੰਦਾ ਵਿਦਿਆਰਥੀ, ਵੀਜ਼ਾ ਇਜ਼ ਵੀਜ਼ਾ, ਬਟ ਇਹਨੂੰ ਐਕਸੈਂਟ ਵਾਈਜ਼ ਤੁਸੀਂ ਚੇਂਜ ਕਰ ਸਕਦੇ ਹੋ। ਕਈ ਇਹਨੂੰ ਵੀਜ਼ਾ ਨੂੰ ਵੀਜ਼ਾ ਹੀ ਬੋਲਣਗੇ, ਕੋਈ ਵੀਜ਼ਾ ਨੂੰ ਵੀਜ਼ਾ ਬੋਲੇਗਾ ਜੱਜੇ ਦੇ ਨਾਲ। ਸੋ ਇਟਸ ਐਕਸੈਪਟੇਬਲ। ਠੀਕ ਹੈ ਜੀ। ਨਾਓ ਨੈਕਸਟ ਇਜ਼ ਅਕਾਊਂਟਿੰਗ। ਕੋਈ ਵੀ ਡਾਇਲੌਗ ਆ ਸਕਦਾ ਕਿ ਉਹਨੇ ਅਕਾਊਂਟਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਜਾਂ ਉਹਨੇ ਅਕਾਊਂਟਿੰਗ ਅੱਗੇ ਪੜ੍ਹਨਾ ਚਾਹੁੰਦੀ ਹੈ। ਸੋ ਅਕਾਊਂਟਿੰਗ ਵਰਡ ਇਜ਼ ਵੈਰੀ ਇੰਪੋਰਟੈਂਟ। ਅਕਾਊਂਟਿੰਗ ਦਾ ਮਤਲਬ ਹੁੰਦਾ ਲੇਖਾ। ਠੀਕ ਹੈ ਜੀ। ਐਕਟੀਵਿਟੀਜ਼ ਦਾ ਮਤਲਬ ਹੁੰਦਾ ਗਤੀਵਿਧੀਆਂ ਜਾਂ ਇਹਨਾਂ ਨੂੰ ਸਰਗਰਮੀਆਂ ਵੀ ਕਹਿ ਸਕਦੇ ਹੋ। ਦੇਖੋ ਜਦੋਂ ਤੁਸੀਂ ਉਹਨੇ ਪੰਜਾਬੀ ਦੇ ਵਿੱਚ ਸਰਗਰਮੀਆਂ ਬੋਲ ਦਿੱਤਾ, ਸੋ ਯੂ ਸ਼ੁੱਡ ਨੋ ਦੈਟ ਕਿ ਇਹਨੂੰ ਐਕਟੀਵਿਟੀਜ਼ ਕਹਿੰਦੇ, ਬਟ ਜਦੋਂ ਉਹ ਪੰਜਾਬੀ ਇੰਗਲਿਸ਼ ਦੇ ਵਿੱਚ ਐਕਟੀਵਿਟੀਜ਼ ਬੋਲਿਆ, ਇਟਸ ਅਪ ਟੂ ਯੂ, ਤੁਸੀਂ ਗਤੀਵਿਧੀਆਂ ਕਹਿਣਾ ਸਰਗਰਮੀਆਂ ਕਹਿਣਾ, ਬੋਥ ਆਰ ਦੀ ਸੇਮ ਵਰਡਸ। ਠੀਕ ਹੈ ਜੀ। ਨਾਓ ਫੋਰਥ ਵਰਡ ਇਜ਼ ਆਰਟਸ। ਆਰਟਸ ਦਾ ਮਤਲਬ ਹੁੰਦਾ ਕਲਾ।
ਫੋਰ ਐਗਜ਼ਾਮਪਲ ਅਗਰ ਤੁਹਾਨੂੰ ਟੌਪਿਕ ਆ ਜਾਂਦਾ ਕਿ ਮੈਂ +2 ਦੇ ਵਿੱਚ ਆਪਾਂ ਜਿੱਦਾਂ ਆਪਣੇ ਇੰਡੀਆ ਦੀ ਸਟੱਡੀ ਦੇ ਹਿਸਾਬ ਨਾਲ ਦੇਖੀ, ਕਿਉਂਕਿ ਇਹ ਪੰਜਾਬੀ ਦਾ ਡਾਇਲੋਗ ਆ, ਸੋ ਉਹ ਸਮਹਾਓ ਰਿਲੇਟਡ ਟੂ ਆਰ ਇੰਡੀਅਨ ਸਿਨੈਰੀਓਜ਼ ਹੀ ਹੋਊਗਾ ਕੁਛ ਹੱਦ ਤੱਕ। ਅਤੇ ਉਹ ਅਗਰ ਪੁੱਛਦਾ ਹੈ ਕਿ ਤੁਹਾਡੀ ਐਜੂਕੇਸ਼ਨਲ ਬੈਕਗਰਾਊਂਡ ਕੀ ਹੈ, ਤੁਹਾਡਾ ਪੜ੍ਹਾਈ ਦਾ ਪਿਛੋਕੜ ਕੀ ਹੈ, ਅਤੇ ਉਹ ਕਹਿੰਦਾ ਕਿ ਮੈਂ ਆਰਟਸ ਪੜ੍ਹੀ ਆ +2 ਦੇ ਵਿੱਚ, ਠੀਕ ਹੈ ਜੀ। ਮੈਂ ਕਲਾ ਦੀ ਪੜ੍ਹਾਈ ਕੀਤੀ ਹੋਈ ਹੈ, ਠੀਕ ਹੈ, 12ਵੀਂ ਦੇ ਵਿੱਚ। ਨਾਓ ਨੈਕਸਟ ਇਜ਼ ਕ੍ਰੀਏਟਿਵ ਆਰਟਸ। ਕ੍ਰੀਏਟਿਵ ਆਰਟਸ ਕਿ ਮੈਂ ਉਸ ਤੋਂ ਬਾਅਦ ਵਿੱਚ ਅੱਗੇ ਕ੍ਰੀਏਟਿਵ ਆਰਟਸ ਦੀ ਪੜ੍ਹਾਈ ਕੀਤੀ ਸੀਗੀ, ਠੀਕ ਹੈ ਜੀ। ਕ੍ਰੀਏਟਿਵ ਆਰਟਸ ਦਾ ਮਤਲਬ ਹੁੰਦਾ ਰਚਨਾਤਮਕ ਕਲਾ। ਨੈਕਸਟ ਇਜ਼ ਇਲੈਕਟਿਵ ਸਬਜੈਕਟ, ਤੁਹਾਡੇ ਚੋਣਵੇਂ ਵਿਸ਼ੇ ਕੀ ਸੀਗੇ, ਠੀਕ ਹੈ। ਨੈਕਸਟ ਇਜ਼ ਐਗਜ਼ਾਮ ਦਾ ਮਤਲਬ ਹੁੰਦਾ ਪ੍ਰੀਖਿਆ। ਬਿਲੀਵ ਮੀ ਗਾਇਜ਼, ਇਹ ਜਿਹੜੇ ਛੋਟੇ ਛੋਟੇ ਵਰਡਸ ਨੇ ਆਪਾਂ ਬਹੁਤ ਰੇਅਰ ਪੰਜਾਬੀ 'ਚ ਬੋਲਦੇ ਹਾਂ, ਬਟ ਆਪਾਂ ਨੂੰ ਸਾਰਿਆਂ ਨੂੰ ਪਤਾ ਇਹਨਾਂ ਨੂੰ ਕਹਿੰਦੇ ਕੀ, ਬਟ ਉਹ ਜਿਹੜਾ ਮਿਲੀ ਸੈਕਿੰਡ ਦੇ ਵਿੱਚ ਸਟਰਾਈਕ ਕਰਨੀ ਚੀਜ਼ ਬਹੁਤ ਇੰਪੋਰਟੈਂਟ ਹੈ। ਨਾਓ ਨੈਕਸਟ ਵਰਡ ਇਜ਼ ਇਨਰੋਲ ਔਰ ਇਨਰੋਲਡ, ਦਾਖਲ ਹੋਇਆ ਜਾਂ ਦਾਖਲ ਹੋਣਾ। ਨੈਕਸਟ ਇਜ਼ ਜਿਓਗ੍ਰਾਫੀ, ਕਿਉਂਕਿ ਸਬਜੈਕਟਸ ਦੇ ਨੇਮ ਆਉਣੇ ਬਹੁਤ ਜ਼ਰੂਰੀ ਆ। ਮੇਕ ਸ਼ੋਰ ਕਿ ਤੁਸੀਂ ਇਹ ਸਬਜੈਕਟ ਦੇ ਨੇਮਸ ਜਿਹੜੇ ਆ ਚੰਗੀ ਤਰ੍ਹਾਂ ਯਾਦ ਕਰ ਲਓ। ਜਿਓਗ੍ਰਾਫੀ ਦਾ ਮਤਲਬ ਹੁੰਦਾ ਭੂਗੋਲ, ਹਿਸਟਰੀ ਦਾ ਮਤਲਬ ਹੁੰਦਾ ਇਤਿਹਾਸ। ਉਸੇ ਤਰ੍ਹਾਂ ਅਗਰ ਮੈਂ ਮੈਥਮੈਟਿਕਸ ਬੋਲਾਂ, ਉਹਨੂੰ ਮੈਥਸ ਨਹੀਂ ਬੋਲਣਾ, ਉਹਨੂੰ ਹਿਸਾਬ ਬੋਲਣਾ। ਸੇਮ ਇਜ਼ ਵੀਜ਼ਾ ਰਿਜੈਕਸ਼ਨ ਦਾ ਮਤਲਬ ਕੀ ਹੁੰਦਾ, ਵੀਜ਼ਾ ਦਾ ਰੱਦ ਹੋਣਾ। ਆਕੂਪੇਸ਼ਨ ਕਿ ਤੁਸੀਂ ਕਿਸ ਆਕੂਪੇਸ਼ਨ ਅਗਰ ਉਹਨੇ ਪੜ੍ਹਾਈ ਕੀਤੀ ਆ ਪਲੱਸ ਉਹਦੇ ਕੋਲ ਉੱਥੋਂ ਦਾ ਐਕਸਪੀਰੀਅੰਸ ਵੀ ਹੈਗਾ, ਤੁਹਾਡਾ ਕੀਤਾ ਕੀ ਸੀ ਜਾਂ ਤੁਹਾਡਾ ਪੇਸ਼ਾ ਕੀ ਸੀ ਉੱਥੋਂ ਦਾ। ਸੋ ਵੈਲਿਡ ਕਿ ਮੇਰੀ ਇੰਡੀਆ ਦੀ ਪੜ੍ਹਾਈ ਵੈਲਿਡ ਹੈ ਇੱਥੇ, ਵੈਲਿਡ ਦੀ ਜਗ੍ਹਾ 'ਤੇ ਤੁਸੀਂ ਕਹਿ ਸਕਦੇ ਹੋ ਜਾਇਜ਼ ਹੈ ਇੱਥੇ, ਠੀਕ ਹੈ ਜੀ, ਜਾਇਜ਼ ਮੰਨੀ ਜਾਏਗੀ, ਜਾਂ ਵੈਧ ਹੈ ਇੱਥੇ, ਕੁਛ ਵੀ ਬੋਲ ਸਕਦੇ ਹੋ ਇਸ ਵਰਡ ਨੂੰ, ਠੀਕ ਹੈ। ਨੈਕਸਟ ਇਜ਼ ਪ੍ਰਾਇਮਰੀ ਐਜੂਕੇਸ਼ਨ। ਪ੍ਰਾਇਮਰੀ ਐਜੂਕੇਸ਼ਨ ਦਾ ਮਤਲਬ ਹੁੰਦਾ ਪ੍ਰਾਇਮਰੀ ਐਜੂਕੇਸ਼ਨ ਐਂਡ ਸੈਕੰਡਰੀ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਵਰਡਸ, ਕਿਉਂਕਿ ਮੋਸਟਲੀ ਇਹ ਵਰਡਸ ਆਉਂਦੇ ਆ। ਆਊਟ ਆਫ 10 ਡਾਇਲੋਗ 6 ਡਾਇਲੋਗਸ 'ਚ ਇਹ ਵਰਡ ਵਰਤਿਆ ਹੀ ਜਾਂਦਾ ਵਾ। ਪ੍ਰਾਇਮਰੀ ਐਜੂਕੇਸ਼ਨ ਦਾ ਮਤਲਬ ਹੁੰਦਾ ਮੁੱਢਲੀ ਸਿੱਖਿਆ। ਨਾਓ ਫॉर ਜਸਟ ਟੂ ਇਨਕਰੇਜ ਯੂਅਰ ਇੰਗੇਜਮੈਂਟ, ਸੈਕੰਡਰੀ ਐਜੂਕੇਸ਼ਨ ਦਾ ਕੀ ਮਤਲਬ ਹੁੰਦਾ ਵਾ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ। ਅਤੇ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਲਿਸਟ ਚਾਹੀਦੀ ਆ ਤੇ ਤੁਸੀਂ ਆਪਣੇ CCL ਟਿਊਟੋਰੀਅਲ ਐਪ ਦੇ ਉੱਤੇ ਵੀ ਦੇਖ ਸਕਦੇ ਹੋ, ਪਲੱਸ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਵੀ ਕਰ ਸਕਦੇ ਹੋ। ਤੁਹਾਨੂੰ ਮੇਰਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਵੇਗਾ ਐਂਡ ਔਨ ਸਕਰੀਨ ਐਜ਼ ਵੈਲ, ਸੋ ਯੂ ਕੈਨ ਕੰਟੈਕਟ ਮੀ ਡਾਇਰੈਕਟਲੀ। I will happy to help you out. Let's now move towards the more specific vocabulary, topic wise ਜਿਹੜੀ vocabulary ਮੈਂ ਕਹਿੰਦੀ ਹੁੰਦੀ ਆ। topic wise vocabulary ਦਾ ਹੁਣ ਮਤਲਬ ਕੀ ਆ, ਜਿੱਦਾਂ ਫੋਰ ਐਗਜ਼ਾਮਪਲ ਸਟੂਡੈਂਟ ਵੀਜ਼ਾ ਰਿਫਿਊਜ਼ਲ ਦੇ ਉੱਤੇ ਮੈਂ ਬੋਲਿਆ ਸੀਗਾ ਪਹਿਲੇ। ਸਟੂਡੈਂਟ ਵੀਜ਼ਾ ਰਿਫਿਊਜ਼ਲ ਦੇ ਵਿੱਚ ਹੁਣ ਆਪਣੇ ਕੋਲ ਚੈੱਕ ਲਿਸਟ ਆਉਂਦੀ ਹੈ ਪਹਿਲੇ ਨੰਬਰ ਦੇ ਉੱਤੇ, ਸਬ ਕਲਾਸ 500 ਦੀ, ਠੀਕ ਹੈ। ਉਹਦੇ ਵਿੱਚ ਕਿਹੜੇ ਵਰਡ ਆ ਸਕਦੇ ਨੇ। ਸਭ ਤੋਂ ਪਹਿਲੇ ਨੰਬਰ 'ਤੇ ਪ੍ਰੋਸੈਸਿੰਗ ਕੀ ਆ, ਕਿ ਕਾਰਵਾਈ ਦਾ ਸਮਾਂ ਕਿੰਨਾ ਲੱਗੇਗਾ। ਓਵਰਸਟੇ ਜੇ ਰਹਿ ਲੈਣਾ ਤਾਂ ਉਹਦੀਆਂ ਕੀ ਉਹਦੇ ਮੇਰੇ 'ਤੇ ਕੀ ਅਸਰ ਪੈਣਗੇ, ਜਾਂ ਫਿਰ ਉਹਦਾ ਕੀ ਕਾਰਨ ਹੋ ਸਕਦੇ ਨੇ, ਠੀਕ ਹੈ ਜੀ, ਜਾਂ ਉਹਨੂੰ ਕਿੱਦਾਂ ਘਟਾਇਆ ਜਾ ਸਕਦਾ ਵਾ, ਮੈਨੂੰ ਕਿਹੜਾ ਵੀਜ਼ਾ ਮਿਲੂਗਾ। ਅਤੇ ਓਵਰਸਟੇ ਨੂੰ ਕੀ ਕਹਾਂਗੇ, ਕਿ ਜੇ ਮੈਂ ਸਮੇਂ ਤੋਂ ਉੱਪਰ ਦੀ ਰਿਹਾਇਸ਼ ਕਰ ਲੈਣਾ, ਕਿ ਮੇਰੇ ਕੋਲ ਉਸ ਚੀਜ਼ ਦਾ ਪਰਮਿਟ ਹੋਏਗਾ। ਪਰਮਿਟ ਦਾ ਮਤਲਬ ਕੀ ਹੁੰਦਾ ਹੈ, ਮਨਜ਼ੂਰੀ ਹੋਏਗੀ। ਵੀਜ਼ਾ ਇਜ਼ ਵੀਜ਼ਾ। ਉਸ ਤੋਂ ਨਾਲ ਅਗਰ ਤੁਸੀਂ ਦੇਖੋਗੇ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਇੱਕ ਇਮੇਜ ਦਿੱਤੀ ਹੈ, ਉੱਥੇ ਇਮੇਜ ਦੇ ਵਿੱਚ ਉਹ ਸਾਰੇ ਵਰਡਸ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਦੋਂ ਵੀ ਸਟੂਡੈਂਟ ਵੀਜ਼ਾ ਦੇ ਨਾਲ ਰਿਲੇਟਡ ਕੋਈ ਵੀ ਗੱਲ ਹੁੰਦੀ ਹੈ। ਫੋਰ ਐਗਜ਼ਾਮਪਲ ਅਗਰ ਵੈਲਿਡ ਪਾਸਪੋਰਟ ਦੀ ਗੱਲ ਹੁੰਦੀ ਹੈ, ਹੁਣ ਵੈਲਿਡ ਤੁਸੀਂ ਜਰਨਲ ਵਕੈਬ ਦੇ ਵਿੱਚ ਪੜ੍ਹਿਆ, ਵੈਦ ਅਗਰ ਤੁਸੀਂ ਮੇਰੀਆਂ ਪਹਿਲੀਆਂ ਸੀਰੀਜ਼ ਦੇਖੋਗੇ, ਤੁਹਾਨੂੰ ਪਹਿਲੇ ਐਪੀਸੋਡਸ ਦੇਖੋਗੇ, ਤੁਹਾਨੂੰ ਪਤਾ ਲੱਗ ਜਾਏਗਾ ਪਾਸਪੋਰਟ ਇਜ਼ ਪਾਸਪੋਰਟ। ਇਹ ਸਾਰੇ ਦੇ ਸਾਰੇ ਵਰਡਸ ਮੈਂ ਪਹਿਲੇ ਹੀ ਉੱਥੇ ਦੇ ਚੁੱਕੀ ਹੋਈ ਹਾਂ ਐਂਡ ਆਈ ਵੁੱਡ ਹੈਪੀ ਟੂ ਗਿਵ ਯੂ ਦੀ ਮੋਰ ਆਨਸਰਸ। ਅਗਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਸਾਰੇ ਵਰਡਸ ਦੇ ਮੀਨਿੰਗ ਮੈਨੂੰ ਕ੍ਰੋਸ ਚੈੱਕ ਕਰਨਾ ਚਾਹੁੰਦੇ ਆ, ਆਈ ਵੁੱਡ ਹੈਪੀ ਟੂ ਡੂ ਇਟ ਫॉर ਯੂ। ਨਾਓ ਲੈਟਸ ਪ੍ਰੋਸੀਡ ਵਿਦ ਦੀ ਨੈਕਸਟ ਜਿਹੜੀ ਸਾਡੇ ਨੈਕਸਟ ਹੈਗੀ ਆ ਟੌਪਿਕ, ਉਹ ਹੈਗਾ ਕੋਰਸ ਦੇ ਵਿੱਚ ਐਡਮਿਸ਼ਨ ਲੈਣੀ, ਠੀਕ ਹੈ ਜੀ। ਕੋਰਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਕਿ ਪ੍ਰੀਲਿਮਿਨਰੀ ਰਿਕੁਆਇਰਮੈਂਟਸ ਕੀ ਨੇ। ਪ੍ਰੀਲਿਮਿਨਰੀ ਦਾ ਮਤਲਬ ਹੁੰਦਾ ਕਿ ਮੁੱਢਲੀਆਂ ਜ਼ਰੂਰਤਾਂ ਕੀ ਨੇ, ਜਾਂ ਮੁੱਢਲੇ ਤੁਹਾਡੇ ਕਿਹੜੇ ਦਸਤਾਵੇਜ਼, ਅਗਰ ਡਾਕੂਮੈਂਟਸ ਉਹ ਅਗਰ ਪੁੱਛ ਲੈਂਦਾ ਜਾਂ ਰਿਕੁਆਇਰਮੈਂਟਸ ਪੁੱਛਦਾ ਤਾਂ ਜ਼ਰੂਰਤਾਂ ਆਏਗਾ। ਪਾਸਪੋਰਟ ਇਜ਼ ਪਾਸਪੋਰਟ, ਦੈਨ ਦੇਅਰ ਇਜ਼ ਅ ਵਰਡ ਡਾਕੂਮੈਂਟਸ। ਡਾਕੂਮੈਂਟਸ ਵਰਡ ਬਹੁਤ ਯੂਜ਼ ਹੁੰਦਾ ਜਦੋਂ ਐਡਮਿਸ਼ਨਸ ਦੀ ਗੱਲ ਹੁੰਦੀ ਆ। ਉਹਨੇ ਕਹਿਣਾ ਮੈਨੂੰ ਲਿਸਟ ਆਫ ਡਾਕੂਮੈਂਟਸ ਦੇ ਦਿਓ, ਮੈਂ ਆਹ ਡਾਕੂਮੈਂਟਸ ਨਾਲ ਲੈ ਕੇ ਆਈ ਹਾਂ। ਸੋ ਡਾਕੂਮੈਂਟਸ ਮੀਨਸ ਇਜ਼ ਦਸਤਾਵੇਜ਼, ਠੀਕ ਹੈ ਜੀ। ਅਗਰ ਤੁਹਾਨੂੰ ਇਹਦੇ ਨਾਲ ਰਿਲੇਟਡ ਹੋਰ ਵੋਕੈਬਲਰੀ ਚਾਹੀਦੀ ਆ, ਪਲੀਜ਼ ਫੀਲ ਫਰੀ ਟੂ ਕੰਟੈਕਟ ਮੀ, ਆਈ ਵੁੱਡ ਹੈਪੀ ਟੂ ਸ਼ੇਅਰ ਇਟ ਵਿਦ ਯੂ। ਨਾਓ ਨੈਕਸਟ ਟੌਪਿਕ ਕਿਹੜਾ, ਲਿਵਿੰਗ ਅਰੇਂਜਮੈਂਟ ਔਨ ਕੈਂਪਸ। ਲਿਵਿੰਗ ਅਰੇਂਜਮੈਂਟ ਔਨ ਕੈਂਪਸ ਦਾ ਮਤਲਬ ਕੀ ਹੁੰਦਾ, ਇਹਦੇ ਵਿੱਚ ਕਿੱਦਾਂ ਦੀ ਜਿਹੜੀ ਆ ਟੌਪਿਕ ਰਿਲੇਟਡ ਵੋਕੈਬਲਰੀ ਕਿੱਦਾਂ ਦੀ ਆਏਗੀ। ਰੈਜ਼ੀਡੈਂਸੀ ਨਿਵਾਸ, ਠੀਕ ਹੈ ਜੀ। ਇੰਸਟਾਲਮੈਂਟ, ਕਿਉਂਕਿ ਅਗਰ ਉਹਨੇ ਫੀਸ ਲੈਣੀ, ਓਬਵੀਅਸਲੀ ਗੱਲ ਹੈ, ਜਿੱਥੇ ਤੁਸੀਂ ਰਹਿਣਾ ਉੱਥੇ ਤੁਹਾਨੂੰ ਕਿਰਾਇਆ ਦੇਣਾ ਪੈਣਾ ਵਾ, ਆਪਣਾ ਰੈਂਟ ਦੇਣਾ ਪੈਣਾ ਵਾ, ਅਤੇ ਉਹ ਰੈਂਟ ਕੀ ਮੈਂ ਇੰਸਟਾਲਮੈਂਟਸ 'ਚ ਪੇ ਕਰ ਸਕਦੀ, ਕੀ ਮੈਂ ਕਿਸ਼ਤਾਂ ਦੇ ਵਿੱਚ ਆਪਣਾ ਕਿਰਾਇਆ ਦੇ ਸਕਦੀ ਹਾਂ। ਦੈਨ ਦੇਰ ਇਜ਼ ਅ ਵਰਡ ਇਜ਼ ਅਵੇਲੇਬਿਲਿਟੀ। ਅਵੇਲੇਬਿਲਿਟੀ ਦਾ ਮਤਲਬ ਹੁੰਦਾ ਉਪਲਬਧਤਾ, ਠੀਕ ਹੈ ਜੀ, ਕਿ ਕਿਹੜਾ ਰੂਮ ਅਵੇਲੇਬਲ ਹੈਗਾ, ਜਾਂ ਕਿੰਨੇ ਜਣਿਆਂ ਦੇ ਵਾਸਤੇ ਅਵੇਲੇਬਿਲਿਟੀ ਹੈਗੀ ਹੈ ਇਸ ਟਾਈਮ ਦੇ ਉੱਤੇ, ਠੀਕ ਹੈ, ਕਿ ਅਗਰ ਲਾਸਟ ਡੇ ਆਫ ਐਡਮਿਸ਼ਨਸ ਆ ਤੇ
ਉਸ ਤੋਂ ਬਾਅਦ ਦੇ ਵਿੱਚ ਐਂਟਰੀ ਡੇਟਸ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਵੇਸ਼ ਕਰਨ ਦੀਆਂ ਤਰੀਕਾਂ ਕੀ ਨੇ। ਫੋਰ ਐਗਜ਼ਾਮਪਲ ਕਿ ਅਗਰ ਕੋਰਸ ਜਿਹੜਾ ਸਟਾਰਟ ਹੋ ਰਿਹਾ ਵਾ 10th ਆਫ ਜੂਨ ਨੂੰ ਹੋ ਰਿਹਾ ਹੈ ਅਤੇ ਉਹ ਕਹਿੰਦੇ ਆ ਕਿ ਮੈਂ ਹੋਸਟਲ ਦੇ ਵਿੱਚ 1 ਹਫ਼ਤਾ ਪਹਿਲੇ ਆਉਣਾ ਚਾਹੁੰਦੀ ਹਾਂ ਅਤੇ ਉਹਦੇ ਪ੍ਰਵੇਸ਼ ਦੀਆਂ ਤਰੀਕਾਂ ਕੀ ਨੇ, ਕਿ ਉਹਦੀਆਂ ਐਂਟਰੀ ਡੇਟਸ ਕੀ ਹੈਗੀਆਂ ਨੇ, ਕਿਉਂਕਿ ਮੋਸਟਲੀ ਕਾਲਜ ਉਸੇ ਦਿਨ ਹੀ ਹੋਸਟਲ ਖੋਲ੍ਹਦੇ ਨੇ ਜਿਸ ਦਿਨ ਉਹਨਾਂ ਨੇ ਆਪਣੇ ਕੋਰਸ ਦੀ ਓਰੀਐਂਟੇਸ਼ਨ ਹੋਵੇ, ਜਸਟ ਅ ਡੇ ਔਰ 2 days ਬਿਫੋਰ। ਠੀਕ ਹੈ ਜੀ। ਨਾ ਨੈਕਸਟ ਟੋਪਿਕ ਇਜ਼ ਡਾਂਸ ਕਲਾਸਿਸ। ਡਾਂਸ ਕਲਾਸਿਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਜਿਹੜਾ ਵਰਡ ਆਏਗਾ ਉਹ ਹੋਏਗਾ ਸਰਟੀਫਿਕੇਸ਼ਨ, ਕਿ ਉਹਨੇ ਡਾਂਸ ਦਾ ਜਿਹੜਾ ਸਰਟੀਫਿਕੇਟ ਆ ਉਹ ਫਲਾਨੀ ਕੋਚਿੰਗ ਦੇ ਵਿੱਚ ਵੈਲਿਡ ਹੋਏਗਾ, ਕਿ ਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਕ੍ਰੈਡਿਟਸ ਮਿਲਣਗੇ ਜਾਂ ਕੁਛ ਵੀ ਇੱਦਾਂ ਦਾ ਟੋਪਿਕ। ਸੋ ਸਰਟੀਫਿਕੇਸ਼ਨ ਦਾ ਮਤਲਬ ਕੀ ਹੁੰਦਾ? ਪ੍ਰਮਾਣੀਕਰਨ। ਦੈਨ ਸਕੇਡਿਊਲ, ਕਿਉਂਕਿ ਡਾਂਸ ਕਲਾਸਿਸ ਆ ਤਾਂ ਜ਼ਰੂਰ ਪੁੱਛੇਗੀ ਕਿ ਉਹਦੀ ਕਲਾਸਿਸ ਦੀ ਟਾਈਮਿੰਗਸ ਕੀ ਹੋਏਗੀ। ਤਾਲਿਕਾ ਕੀ ਹੈ? ਸਕੇਡਿਊਲ ਦਾ ਮਤਲਬ ਹੁੰਦਾ ਤਾਲਿਕਾ। ਨੈਕਸਟ ਇਜ਼ ਸਟਰਕਚਰ। ਸਟਰਕਚਰ ਦਾ ਮਤਲਬ ਹੋਏਗਾ ਕਿ ਮੇਰੀ ਫੋਰ ਐਗਜ਼ਾਮਪਲ ਅਗਰ ਉਹ ਕਹਿ ਦਿੰਦੇ ਕਿ ਮੇਰੀ ਧੀ ਨੂੰ ਬਿਲਕੁਲ ਡਾਂਸ ਕਰਨਾ ਨਹੀਂ ਆਉਂਦਾ, ਜਾਂ ਕੋਈ ਇੱਕ ਸਟੂਡੈਂਟ ਆ ਜਿਹੜਾ ਉਹ ਕਹਿ ਦਿੰਦਾ ਕਿ ਉਹਨੇ ਕਥਕਲੀ ਪਹਿਲੇ ਸਿੱਖਿਆ ਹੋਇਆ। ਠੀਕ ਹੈ। ਸੋ ਕਥਕਲੀ ਇਜ਼ ਕਥਕਲੀ ਇਨ ਇੰਗਲਿਸ਼ ਐਜ਼ ਵੈਲ ਬਿਕਾਜ਼ ਇਟਸ ਅ ਫਾਰਮ ਆਫ ਡਾਂਸ। ਸੋ ਉੱਥੇ ਸਟਰਕਚਰ ਦਾ ਮਤਲਬ ਆਏਗਾ ਬਣਤਰ। ਸੋ ਟਾਈਮਸ, ਕਿਉਂਕਿ ਇੱਕ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ, ਵਾਟ ਟਾਈਮ ਦੀ ਕਲਾਸ ਵੁੱਡ ਬੀ। ਅਗਰ ਮੈਂ ਸਿਰਫ ਟਾਈਮ ਬੋਲਦੀ ਉਹਨੂੰ ਆਪਾਂ ਕਵਾਂਗੇ ਸਮਾਂ, ਕਿਸ ਸਮੇਂ 'ਤੇ ਕਲਾਸ ਹੈ ਜਾਂ ਕਿਸ ਸਮੇਂ 'ਤੇ ਜਮਾਤ ਲੱਗੇਗੀ। ਸੋ ਟਾਈਮਸ ਜਦੋਂ ਐਸ ਲੱਗ ਜਾਂਦਾ ਵਾ ਉਹਦਾ ਮਤਲਬ ਹੁੰਦਾ ਵਾਰ, ਮੀਨਸ ਵੀਕ ਡੇਜ਼। ਠੀਕ ਹੈ। ਇਨ ਐਡਵਾਂਸ ਇੰਗਲਿਸ਼ ਸਮਟਾਈਮ ਦੇ ਡੇ ਵਾਟ ਟਾਈਮਸ ਦੀ ਕਲਾਸ ਵੁੱਡ ਬੀ, ਉਹਦਾ ਮਤਲਬ ਹੈ ਕਿਸ ਵਾਰ ਜਮਾਤ ਹੋਏਗੀ। ਠੀਕ ਹੈ। ਵਾਰ ਦਾ ਮਤਲਬ ਹੋਏਗਾ ਕਿਸ ਦਿਨ ਕਲਾਸ ਹੋਏਗੀ। ਠੀਕ ਹੈ ਜੀ। ਸੋ ਬੀ ਕੇਅਰਫੁਲ ਵੈਨ ਯੂ ਆਰ ਲਿਸਨਿੰਗ ਦਿਸ ਕਾਈਂਡ ਆਫ ਵਰਡਸ ਕਿ ਟਾਈਮ ਬੋਲਿਆ ਸੀਗਾ ਜਾਂ ਟਾਈਮਸ ਬੋਲਿਆ ਸੀਗਾ। ਨਾਓ ਇਹ ਜਿਹੜੇ ਸੈਗਮੈਂਟਸ ਨੇ ਇਹ ਜ਼ਿਆਦਾਤਰ ਇੱਦਾਂ ਦੇ ਹੋਰ ਬਹੁਤ ਸਾਰੇ ਡਾਇਲੋਗਸ ਹੋ ਸਕਦੇ ਨੇ, ਐਂਡ ਵੀ ਹੈਵ completely a lot of dialogues with us, with popular dialogues, and you can contact me to get the list of that and to have access to our material as well. To get forward, I will be giving you the more appropriate idea how the dialogues works now.